ਸਵੇਰ ਦਾ ਚਾਹ ਨਾਸ਼ਤਾ ਕਰਕੇ ਥੱਕੀ ਹਾਰੀ ਸੁਮਨ ਜੀ ਹੁਣੇ ਬੈੱਡ ਪਰ ਹੀ ਲੇਟੀ ਹੋਈ ਸੀ ਕਿ ਸਾਹਮਣੇ ਪਤੀ ਦੀ ਫੋਟੋ ਨੂੰ ਦੇਖ ਕੇ ਸੋਚਣ ਲੱਗੀ, ਅੱਜ 5 ਸਾਲ ਹੋ ਗਏ ਤੁਹਾਨੂੰ ਗਏ ਹੋਏ ਅਤੇ ਜਿਵੇਂ ਕੱਲ੍ਹ ਦਾ ਹੀ ਦਿਨ ਲੱਗਦਾ ਹੈ ਜਦ ਅਸੀਂ ਸਾਰੇ ਲੋਕ ਆਪਸ ਵਿੱਚ ਇੱਕ ਨਾਲ ਬੈਠ ਕੇ ਹੱਸੀ ਮਜ਼ਾਕ ਕਰਿਆ ਕਰਦੇ ਸੀ। ਸੋਚ ਕੇ ਹੀ ਉਹਨਾਂ ਦੀ ਅੱਖਾਂ ਦੀ ਨਮੀ ਤੋਂ ਉਹਨਾਂ ਦੀ ਅੱਖਾਂ ਧੁੰਦਲਾਉਂਦੀ ਚੱਲ ਗਈ। ਚੰਗੇ ਭਲੇ ਤਾਂ ਬੈਠੇ ਸੀ, ਅਚਾਨਕ ਤੋਂ ਕਹਿਣ ਲੱਗੇ, ਦਮ ਘੁੱਟਦਾ ਜਾ ਰਿਹਾ ਹੈ, ਹੌਸਪੀਟਲ ਲੈ ਚੱਲੋ। ਗੱਡੀ ਵਿੱਚ ਲੈ ਜਾਂਦੇ ਟਾਈਮ ਵੀ ਮੇਰਾ ਹੱਥ ਘੁੱਟ ਕੇ ਫੜਿਆ ਸੀ ਉਹਨਾਂ ਨੇ ਅਤੇ ਹੌਸਪੀਟਲ ਪਹੁੰਚਣੇ ਤੋਂ ਪਹਿਲਾਂ ਹੀ ਉਹਨਾਂ ਦੇ ਹੱਥ ਦੀ ਪਕੜ ਢਿੱਲੀ ਹੋ ਗਈ ਅਤੇ ਉਹਨਾਂ ਦੇ ਸਾਹ ਰੁਕ ਗਏ। ਹਾਰਟ ਅਟੈਕ ਆਇਆ ਸੀ ਅਤੇ ਚੱਲ ਗਏ ਮੈਨੂੰ ਛੱਡ ਕੇ। ਸੁਮਨ ਜੀ ਦੇ ਦਿਲ ਦਾ ਦਰਦ ਹੰਝੂਆਂ ਰਾਹੀਂ ਬਾਹਰ ਆਉਣ ਲੱਗਾ। ਉਹ ਲਗਾਤਾਰ ਉਹਨਾਂ ਦੀ ਫੋਟੋ ਨੂੰ ਦੇਖਦੀ ਜਾ ਰਹੀ ਸੀ। ਇੰਨੇ ਵਿੱਚ ਉਹਨਾਂ ਦਾ ਇਕਲੌਤਾ ਪੁੱਤ ਸੰਜੀਵ ਆਇਆ ਅਤੇ ਬੋਲਿਆ, ਮਾਂ ਅੱਜ ਬਹੁਤ ਥਕਾਵਟ ਹੋ ਗਈ ਹੈ। ਮੇਰਾ ਦਫ਼ਤਰ ਬਹੁਤ ਦੂਰ ਹੈ, ਆਉਣ ਜਾਣ ਵਿੱਚ ਹੀ ਰੋਜ਼ 2 ਘੰਟੇ ਲੱਗ ਜਾਂਦੇ ਹਨ। ਮੈਂ ਸੋਚ ਰਿਹਾ ਹਾਂ ਕਿ ਦਫ਼ਤਰ ਦੇ ਕੋਲ ਹੀ ਇੱਕ ਘਰ ਲੈ ਲਵਾਂ। ਤੁਸੀਂ ਜਿਵੇਂ ਠੀਕ ਸਮਝੋ ਪੁੱਤ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ। ਤਾਂ ਮਾਂ ਮੈਂ ਇੱਕ ਮਕਾਨ ਦੇਖਿਆ ਹੈ, ਪਰ ਕੀ ਪੁੱਤ, ਕੋਈ ਪਰੇਸ਼ਾਨੀ ਹੈ ਕਿ? ਹਾਂ ਮਾਂ, 10 ਲੱਖ ਰੁਪਏ ਘੱਟ ਪੈ ਰਹੇ ਹਨ। ਇੰਨੇ ਵਿੱਚ ਸੰਜੀਵ ਦੀ ਪਤਨੀ ਅਨੀਤਾ ਬੋਲੀ, ਅਰੇ ਤਾਂ ਕੀ ਹੋਇਆ? ਮਾਂ ਜੀ ਦੀ ਜੋ ਇੱਕ FD ਪਈ ਹੈ ਉਹੀ ਤੁੜਵਾ ਕੇ ਪੈਸੇ ਦਾ ਇੰਤਜ਼ਾਮ ਕਰ ਲੈਂਦੇ ਹਾਂ। ਕੋਈ ਗੱਲ ਨਹੀਂ ਪੁੱਤ, FD ਤਾਂ ਜ਼ਰੂਰਤ ਵਿੱਚ ਕੰਮ ਆਉਣੇ ਦੇ ਲਈ ਹੀ ਬਣਵਾਈ ਜਾਂਦੀ ਹੈ, ਸੁਮਨ ਜੀ ਬੋਲੀ। ਮਾਂ ਜੀ ਦੀ ਗੱਲ ਸੁਣ ਕੇ ਸੰਜੀਵ ਅਤੇ ਉਸਦੀ ਪਤਨੀ ਅਨੀਤਾ ਦੇ ਚਿਹਰੇ ਪਰ ਮੁਸਕਾਨ ਆ ਗਈ। ਕੁਝ ਦਿਨ ਦੇ ਬਾਅਦ ਸੰਜੀਵ ਮਿਠਾਈ ਦਾ ਡੱਬਾ ਇੱਕ ਖੁਸ਼ਖਬਰੀ ਨਾਲ ਲੈ ਕੇ ਆਇਆ। ਮਾਂ ਅਨੀਤਾ, ਇਹ ਲਓ, ਮੂੰਹ ਮਿੱਠਾ ਕਰੋ, ਮੈਂ ਉਹ ਫਲੈਟ ਖਰੀਦ ਲਿੱਤਾ ਹੈ। ਅਸੀਂ 1 ਮਹੀਨੇ ਬਾਅਦ ਹੀ ਸ਼ਿਫਟ ਕਰ ਰਹੇ ਹਾਂ। ਇਸ ਪਰ ਸੁਮਨ ਜੀ ਖੁਸ਼ੀ ਦੇ ਨਾਲ ਬੋਲੀ, ਤਾਂ ਠੀਕ ਹੈ ਪੁੱਤ, ਸਾਰਾ ਸਮਾਨ ਤਾਂ ਲੈ ਕੇ ਹੀ ਜਾਣਾ ਪਵੇਗਾ। ਤਾਂ ਇਸ ਲਈ ਉੱਥੇ ਸ਼ਿਫਟ ਕਰਨੇ ਤੋਂ ਪਹਿਲਾਂ ਆਪਣੇ ਇਸ ਮਕਾਨ ਨੂੰ ਵੇਚ ਦਿੰਦੇ ਹਾਂ। ਵੇਚਣਾ ਕਿਉਂ ਹੈ ਮਾਂ, ਤੁਸੀਂ ਤਾਂ ਰਹੋਗੀ ਨਾ ਇੱਥੇ? ਇਹ ਸੁਣ ਕੇ ਸੁਮਨ ਜੀ ਨੂੰ ਤੇਜ਼ ਝਟਕਾ ਲੱਗਾ। ਮੈਂ ਇੱਥੇ ਇਕੱਲੀ? ਮਾਂ ਉੱਥੇ ਫਲੈਟਸ ਬਹੁਤ ਮਹਿੰਗੇ ਹਨ, ਇਸ ਲਈ ਮੈਂ ਤਾਂ ਸਿਰਫ 2 ਬੈੱਡਰੂਮਾਂ ਵਾਲਾ ਘਰ ਖਰੀਦਿਆ ਹੈ। ਇੱਕ ਬੈੱਡਰੂਮ ਸਾਡਾ ਹੋਵੇਗਾ ਅਤੇ ਦੂਸਰਾ ਬੈੱਡਰੂਮ ਤਾਂ ਮਹਿਮਾਨਾਂ ਦੇ ਆਉਣ ਜਾਣ ਦੇ ਲਈ ਵੀ ਚਾਹੀਦਾ। ਇਸ ਲਈ ਤੁਹਾਡੀ ਜਗ੍ਹਾ ਤਾਂ ਉੱਥੇ ਨਹੀਂ ਬਣ ਪਾਵੇਗੀ ਅਤੇ ਫਿਰ ਇੰਨੇ ਵੱਡੇ ਖੁੱਲ੍ਹੇ ਘਰ ਵਿੱਚ ਤੁਸੀਂ ਇੱਥੇ ਇਕੱਲੀ ਆਰਾਮ ਨਾਲ ਰਹਿਣਾ ਅਤੇ ਤੁਸੀਂ ਉੱਥੇ ਉਸ ਨਵੇਂ ਮਾਹੌਲ ਵਿੱਚ ਜਾ ਕੇ ਕਰੋਗੀ ਵੀ ਕੀ? ਤੁਹਾਡੀ ਸਾਰੀ ਜਾਣ ਪਹਿਚਾਣ ਤਾਂ ਇੱਥੇ ਹੀ ਹੈ ਅਤੇ ਫਿਰ ਅਸੀਂ ਹਰ ਹਫ਼ਤੇ ਤੁਹਾਨੂੰ ਮਿਲਣ ਆਉਂਦੇ ਹੀ ਰਹਾਂਗੇ ਅਤੇ ਤੁਸੀਂ ਵੀ ਉੱਥੇ ਕਦੀ-ਕਦੀ ਆਉਂਦੀ ਰਹਿਣਾ। ਸੰਜੀਵ ਦੀ ਗੱਲਾਂ ਸੁਣ ਕੇ ਅਨੀਤਾ ਬਹੁਤ ਉਤਸ਼ਾਹਿਤ ਹੋ ਗਈ, ਜਦਕਿ ਸੁਮਨ ਜੀ ਦੇ ਕੋਲ ਤਾਂ ਜਿਵੇਂ ਸ਼ਬਦ ਹੀ ਖਤਮ ਹੋ ਗਏ ਸੀ। ਉਹਨਾਂ ਨੇ ਉਸਦੇ ਬਾਅਦ ਕੁਝ ਨਹੀਂ ਕਿਹਾ। ਉਹਨਾਂ ਨੇ ਆਪਣੇ ਹੰਝੂਆਂ ਨੂੰ ਮਨ ਦੇ ਕਿਸੇ ਕੋਨੇ ਵਿੱਚ ਸਮੇਟਿਆ ਅਤੇ ਫਿਰ ਇੱਕ ਫਿੱਕੀ ਜਿਹੀ ਮੁਸਕਾਨ ਦੇ ਨਾਲ ਨੌਰਮਲ ਦਿਖਣੇ ਦਾ ਨਾਟਕ ਕਰਨ ਲੱਗੀ। ਸੁਮਨ ਜੀ ਦੇ ਪੁੱਤ ਸੰਜੀਵ ਦੇ ਵਿਆਹ ਨੂੰ ਹਲੇ 6 ਮਹੀਨੇ ਹੀ ਹੋਏ ਸੀ ਅਤੇ ਹੁਣੇ ਤਾਂ ਜ਼ਿੰਦਗੀ ਸਮਾਨਯ ਢੰਗ ਨਾਲ ਹੀ ਚੱਲਣ ਲੱਗੀ ਸੀ। ਪਰ ਤਦੇ ਸੁਮਨ ਜੀ ਨੂੰ ਮਹਿਸੂਸ ਹੋਣ ਲੱਗਾ ਕਿ ਉਹਨਾਂ ਦੀ ਨੂੰਹ ਅਨੀਤਾ ਅਲੱਗ ਰਹਿਣਾ ਚਾਹੁੰਦੀ ਸੀ। ਅਨੀਤਾ ਨੇ ਕਦੀ ਸਿੱਧੇ ਤੌਰ 'ਤੇ ਇਸ ਬਾਰੇ ਵਿੱਚ ਗੱਲ ਨਹੀਂ ਕੀਤੀ ਸੀ, ਪਰੰਤੂ ਅਨੀਤਾ ਦੇ ਹਾਵ-ਭਾਵ ਅਤੇ ਸੰਜੀਵ ਦੀ ਗੱਲਾਂ ਨਾਲ ਸੁਮਨ ਜੀ ਸਮਝ ਗਈ ਸੀ ਕਿ ਉਹ ਦੋਨੋਂ ਅਲੱਗ ਰਹਿਣਾ ਚਾਹੁੰਦੇ ਹਨ, ਜਦਕਿ ਉਹਨਾਂ ਨੇ ਅਨੀਤਾ ਨੂੰ ਹਮੇਸ਼ਾ ਆਪਣੀ ਬੇਟੀ ਜੈਸਾ ਹੀ ਪਿਆਰ ਦਿੱਤਾ ਸੀ। ਉਸਦੀ ਗਲਤੀਆਂ ਪਰ ਵੀ ਕਦੀ ਉਸ ਨੂੰ ਟੋਕਦੀ ਨਹੀਂ ਸੀ। ਉਸਦੇ ਮਨਪਸੰਦ ਪਕਵਾਨ ਉਸ ਨੂੰ ਬਣਾ ਕੇ ਖਿਲਾਉਂਦੀ ਸੀ। ਉਹਨਾਂ ਦੀ ਆਪਣੀ ਕੋਈ ਬੇਟੀ ਨਹੀਂ ਸੀ,
ਇਸ ਲਈ ਉਹ ਉਸ ਨੂੰ ਬੇਟੀ ਦੇ ਨਾਮ ਦਾ ਭਰਪੂਰ ਪਿਆਰ ਦਿੰਦੀ ਸੀ। 1 ਮਹੀਨੇ ਦੇ ਅੰਦਰ ਹੀ ਸੰਜੀਵ ਅਤੇ ਅਨੀਤਾ ਆਪਣਾ ਸਾਰਾ ਸਮਾਨ ਲੈ ਕੇ ਨਵੇਂ ਫਲੈਟ ਵਿੱਚ ਸ਼ਿਫਟ ਹੋ ਗਏ। ਸੁਮਨ ਜੀ ਨੂੰ ਆਰਥਿਕ ਰੂਪ ਤੋਂ ਕੋਈ ਪਰੇਸ਼ਾਨੀ ਨਹੀਂ ਸੀ। ਉਹਨਾਂ ਦੇ ਪਤੀ ਸਰਕਾਰੀ ਨੌਕਰੀ ਪਰ ਉੱਚੇ ਅਹੁਦੇ 'ਤੇ ਅਧਿਕਾਰੀ ਹੋਇਆ ਕਰਦੇ ਸੀ, ਤਾਂ ਉਹਨਾਂ ਨੂੰ ਹਰ ਮਹੀਨੇ ਪੈਨਸ਼ਨ ਦੇ ਰੂਪ ਵਿੱਚ ਵੀ ਚੰਗੀ ਰਕਮ ਮਿਲ ਜਾਂਦੀ ਸੀ। ਅਤੇ ਫਿਰ ਇਹ ਮਕਾਨ ਵੀ 2 ਮੰਜ਼ਿਲ ਸੀ, ਤਾਂ ਉੱਪਰ ਦੀ ਮੰਜ਼ਿਲ ਉਹਨਾਂ ਨੇ ਕਿਰਾਏ ਪਰ ਚੜ੍ਹਾਈ ਹੋਈ ਸੀ। ਸਾਰੀ ਧਨ ਰਾਸ਼ੀ ਨੂੰ ਮਿਲਾ ਕੇ ਸੁਮਨ ਜੀ ਦਾ ਗੁਜ਼ਾਰਾ ਆਰਾਮ ਨਾਲ ਚੱਲ ਸਕਦਾ ਸੀ। ਪਰ ਪੁੱਤ ਨੂੰ ਦੇ ਜਾਣੇ ਦੇ ਬਾਅਦ ਉਹਨਾਂ ਦਾ ਇਕੱਲਾਪਨ ਹੁਣ ਉਹਨਾਂ ਨੂੰ ਖਾਣ ਲੱਗਾ ਸੀ। ਵੈਸੇ ਤਾਂ ਸੁਮਨ ਜੀ ਕਾਫੀ ਹਿੰਮਤ ਵਾਲੀ ਅਤੇ ਸ਼ਾਂਤ ਸੁਭਾਅ ਦੀ ਮਹਿਲਾ ਸੀ। ਇਸ ਸੁਸਾਇਟੀ ਵਿੱਚ ਉਹ 15 ਸਾਲਾਂ ਤੋਂ ਰਹਿ ਰਹੀ ਸੀ। ਹੁਣ ਤਾਂ ਉਹਨਾਂ ਦੀ ਚੰਗੀ ਖਾਸੀ ਜਾਣ ਪਹਿਚਾਣ ਵੀ ਹੋ ਗਈ ਸੀ, ਪਰ ਪੁੱਤ ਨੂੰ ਦੇ ਛੱਡ ਕੇ ਜਾਣੇ ਦੇ ਕਾਰਨ ਉਹ ਅੰਦਰ ਤੱਕ ਟੁੱਟ ਚੁੱਕੀ ਸੀ। ਮਹੀਨੇ ਦੀ 1 ਤਰੀਕ ਆਈ ਤਾਂ ਉਹਨਾਂ ਦੀ ਕਿਰਾਏਦਾਰ ਨੇਹਾ ਕਿਰਾਇਆ ਦੇਣ ਦੇ ਲਈ ਆਈ। ਸੁਮਨ ਜੀ ਨੂੰ ਆਵਾਜ਼ ਲਗਾਉਣ ਲੱਗੀ ਤਾਂ ਦੇਖਿਆ ਦਰਵਾਜ਼ਾ ਖੁੱਲ੍ਹਾ ਸੀ। ਨੇਹਾ ਅੰਦਰ ਚਲੀ ਆਈ। ਅੰਦਰ ਆ ਕੇ ਦੇਖਿਆ ਤਾਂ ਸੁਮਨ ਜੀ ਬਿਲਕੁਲ ਨਿਢਾਲ ਹਾਲਤ ਵਿੱਚ ਬੈੱਡ ਪਰ ਲੇਟੀ ਹੋਈ ਸੀ। ਉਹਨਾਂ ਦੇ ਦਿਲ ਦਾ ਇਕੱਲਾਪਨ ਉਹਨਾਂ ਦੇ ਚਿਹਰੇ ਦੀ ਲਕੀਰਾਂ ਤੋਂ ਸਾਫ਼ ਝਲਕ ਰਿਹਾ ਸੀ। ਬਾਲਾਂ ਵਿੱਚ ਤੋਂ ਸਫੇਦੀ ਨਿਕਲ ਆਈ ਸੀ। ਹਮੇਸ਼ਾ ਬਨ ਠਣ ਕੇ ਰਹਿਣ ਵਾਲੀ ਸੁਮਨ ਜੀ ਨੂੰ ਅੱਜ ਬੇਹਾਲ ਅਵਸਥਾ ਵਿੱਚ ਦੇਖ ਕੇ ਨੇਹਾ ਦਾ ਦਿਲ ਭਰ ਆਇਆ ਅਤੇ ਬੋਲੀ, ਆਂਟੀ ਕੀ ਹੋ ਗਿਆ ਹੈ ਤੁਹਾਨੂੰ? ਇਸ ਪਰ ਸੁਮਨ ਜੀ ਬੋਲੀ, ਬੇਟਾ ਬਿਲਕੁਲ ਇਕੱਲੀ ਹੋ ਗਈ ਹਾਂ ਨਾ, ਇਸ ਲਈ ਬੰਨੇ ਸੰਵਰਨੇ ਦਾ ਦਿਲ ਨਹੀਂ ਕਰਦਾ। ਹੁਣ ਤਾਂ ਇਹ ਹਾਲਤ ਹੋ ਗਈ ਹੈ ਕਿ ਖਾਣਾ ਬਣਾਉਣ ਦਾ ਵੀ ਦਿਲ ਨਹੀਂ ਕਰਦਾ ਅਤੇ ਨਾ ਹੀ ਕੁਝ ਖਾਣੇ ਦਾ। ਹੁਣ ਤਾਂ ਲੱਗਦਾ ਹੈ ਜਿਵੇਂ ਬਿਮਾਰੀਆਂ ਹੀ ਸਰੀਰ ਨੂੰ ਘੇਰਨ ਲੱਗੀ ਹਨ। ਨੇਹਾ ਬਹੁਤ ਹੀ ਖੁਸ਼ਮਿਜਾਜ ਸੁਭਾਅ ਵਾਲੀ ਜਿੰਦਾ ਦਿਲ ਇਨਸਾਨ ਸੀ। 2 ਪੁੱਤਾਂ ਦਾ ਪਾਲਣ ਪੋਸ਼ਣ ਕਰਦੇ ਹੋਏ ਵੀ ਉਹ ਆਪਣੇ ਲਈ ਸਮਾਂ ਕੱਢ ਲੈਂਦੀ ਸੀ। ਸੁਮਨ ਜੀ ਨੂੰ ਦੇਖ ਕੇ ਕਹਿਣ ਲੱਗੀ, ਆਂਟੀ ਇਵੇਂ ਤਾਂ ਨਹੀਂ ਚੱਲੇਗਾ। ਤੁਸੀਂ ਕੱਲ੍ਹ ਸਵੇਰੇ 6 ਵਜੇ ਤਿਆਰ ਰਹਿਣਾ। ਮੈਂ ਰੋਜ਼ ਸਵੇਰੇ ਯੋਗਾ ਕਲਾਸ ਵਿੱਚ ਜਾਂਦੀ ਹਾਂ। ਕੱਲ੍ਹ ਤੁਹਾਨੂੰ ਵੀ ਸਕੂਟਰ ਪਰ ਬਿਠਾ ਕੇ ਲੈ ਜਾਊਂਗੀ ਅਤੇ ਹਾਂ, ਕੋਈ ਬਹਾਨਾ ਨਹੀਂ ਚੱਲੇਗਾ। ਸੁਮਨ ਜੀ ਨੇ ਯੋਗਾ ਕਲਾਸ ਦੇ ਲਈ ਹਾਮੀ ਭਰ ਦਿੱਤੀ। ਯੋਗਾ ਕਲਾਸ ਸ਼ੁਰੂ ਕਰਨੇ ਦੇ ਬਾਅਦ ਤੋਂ ਸੁਮਨ ਜੀ ਚੁਸਤ ਦਰੁਸਤ ਰਹਿਣ ਲੱਗੀ। ਨੇਹਾ ਤਾਂ ਉਹਨਾਂ ਨੂੰ ਬਿਊਟੀ ਪਾਰਲਰ ਵੀ ਲੈ ਕੇ ਜਾਣਾ ਚਾਹੁੰਦੀ ਸੀ, ਪਰੰਤੂ ਪੁੱਤ ਨੂੰ ਹੋਰ ਰਿਸ਼ਤੇਦਾਰ ਕੀ ਕਹਿਣਗੇ, ਇਹ ਸੋਚ ਕੇ ਉਹਨਾਂ ਨੇ ਬਿਊਟੀ ਪਾਰਲਰ ਜਾਣੇ ਤੋਂ ਮਨਾ ਕਰ ਦਿੱਤਾ। ਕੁਝ ਸਮੇਂ ਬਾਅਦ ਸੁਮਨ ਜੀ ਦੀ ਨੂੰਹ ਅਨੀਤਾ ਨੇ ਪੁੱਤ ਨੂੰ ਜਨਮ ਦਿੱਤਾ। ਸੰਜੀਵ ਸੁਮਨ ਜੀ ਨੂੰ ਕੁਝ ਦਿਨ ਪਹਿਲਾਂ ਹੀ ਆਪਣੇ ਘਰ ਲੈ ਕੇ ਆ ਗਿਆ ਸੀ। ਅਨੀਤਾ ਦੇ ਮਾਤਾ-ਪਿਤਾ ਤਾਂ ਵਿਦੇਸ਼ ਵਿੱਚ ਆਪਣੇ ਪੁੱਤ ਦੇ ਕੋਲ ਹੀ ਰਹਿੰਦੇ ਸੀ, ਪਰ ਸੁਮਨ ਜੀ ਨੇ ਨਵੇਂ ਜੰਮੇ ਬੱਚੇ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੀ। ਜਦ ਉਹਨਾਂ ਦਾ ਪੋਤਾ 1 ਮਹੀਨੇ ਦਾ ਹੋ ਗਿਆ ਤਾਂ ਸੰਜੀਵ ਉਹਨਾਂ ਨੂੰ ਵਾਪਿਸ ਛੱਡ ਗਿਆ। ਆਪਣੇ ਪੋਤੇ ਨੂੰ ਛੱਡ ਕੇ ਜਾਂਦੇ ਹੋਏ ਉਹਨਾਂ ਦਾ ਦਿਲ ਭਾਰੀ ਹੋ ਰਿਹਾ ਸੀ। ਉਹ ਉਸਦੇ ਨਾਲ ਇੱਕ ਜੁੜਾਵ ਮਹਿਸੂਸ ਕਰਨ ਲੱਗੀ ਸੀ। ਕਦੀ ਕੋਈ ਤਿਉਹਾਰ ਹੁੰਦਾ ਜਾਂ ਕੋਈ ਹੋਰ ਅਵਸਰ ਹੁੰਦਾ ਤਾਂ ਉਹਨਾਂ ਦਾ ਪੁੱਤ ਆ ਕੇ ਉਹਨਾਂ ਨੂੰ ਲੈ ਜਾਂਦਾ ਸੀ ਅਤੇ ਉਹ ਵੀ ਖੁਸ਼ੀ-ਖੁਸ਼ੀ ਚਲੀ ਜਾਂਦੀ ਸੀ ਅਤੇ ਉਹਨਾਂ ਦੇ ਘਰ ਜਾਂਦੇ ਹੀ ਉਹ ਦੋਨੋਂ ਕਿਚਨ ਦਾ ਸਾਰਾ ਖਾਣੇ ਦਾ ਕੰਮ ਉਹਨਾਂ ਦੇ ਮੋਢਿਆਂ ਪਰ ਪਾ ਕੇ ਸ਼ਾਪਿੰਗ ਕਰਨ ਨਿਕਲ ਜਾਇਆ ਕਰਦੇ ਸੀ। ਜਾਂਦੇ-ਜਾਂਦੇ ਉਹਨਾਂ ਤੋਂ ਕਾਫੀ ਚੀਜ਼ਾਂ ਬਣਾਉਣੇ ਦੀ ਫਰਮਾਇਸ਼ ਵੀ ਕਰ ਜਾਂਦੇ ਸੀ। ਆਪਣੇ ਪੁੱਤ ਨੂੰ ਵੀ ਦਾਦੀ ਦੇ ਕੋਲ ਹੀ ਛੱਡ ਜਾਂਦੇ ਸੀ। ਪੋਤੇ ਨੂੰ ਸੰਭਾਲਣੇ ਦੇ ਨਾਲ-ਨਾਲ ਸਾਰਾ ਕੰਮ ਕਰਦੇ ਉਹਨਾਂ ਦੀ ਹਾਲਤ ਖਰਾਬ ਹੋ ਜਾਂਦੀ ਸੀ। ਜਦ ਕੰਮ ਖਤਮ ਹੋ ਜਾਂਦਾ ਸੀ ਤਦ ਸੰਜੀਵ ਉਹਨਾਂ ਨੂੰ ਵਾਪਿਸ ਆਪਣੇ ਘਰ ਹੀ ਛੱਡ ਜਾਂਦਾ ਸੀ। ਇਸ ਦੀਵਾਲੀ ਪਰ ਵੀ ਸੰਜੀਵ ਆਪਣੀ ਮਾਂ ਨੂੰ ਆਪਣੇ ਘਰ ਲੈ ਗਿਆ ਸੀ।
ਉਹਨਾਂ ਦੀ ਨੂੰਹ ਅਨੀਤਾ ਨੇ ਉਹਨਾਂ ਤੋਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਵਾਏ। ਸਾਰਾ ਦਿਨ ਪਕਵਾਨ ਬਣਾ ਕੇ ਰਸੋਈ ਵਿੱਚ ਖੜ੍ਹੇ ਖੜ੍ਹੇ ਸੁਮਨ ਜੀ ਦੀ ਹਿੰਮਤ ਜਵਾਬ ਦੇ ਗਈ ਸੀ। ਆਖਿਰ ਉਹਨਾਂ ਨੂੰ ਬੁਖਾਰ ਚੜ੍ਹ ਆਇਆ ਅਤੇ ਉਹ ਕੁਝ ਸਮੇਂ ਦੇ ਲਈ ਲੇਟ ਗਈ ਤਾਂ ਅਨੀਤਾ ਨੇ ਸੰਜੀਵ ਨੂੰ ਕਿਹਾ, ਤੁਸੀਂ ਮਾਂ ਜੀ ਨੂੰ ਉਹਨਾਂ ਦੇ ਘਰ ਵਾਪਿਸ ਛੱਡ ਆਓ। ਸਾਰੀਆਂ ਮਿਠਾਈਆਂ ਅਤੇ ਪਕਵਾਨ ਤਾਂ ਬਣ ਹੀ ਗਏ ਹਨ। ਹੁਣ ਉਹ ਆਪਣੇ ਘਰ ਜਾ ਕੇ ਆਰਾਮ ਕਰ ਲੈਣਗੀ। ਬੁਖਾਰ ਤੋਂ ਤਪਦੀ ਸੁਮਨ ਜੀ ਦੇ ਕੰਨਾਂ ਵਿੱਚ ਇੱਕ ਆਵਾਜ਼ ਪਈ, ਮਾਂ ਉੱਠੋ, ਇਹ ਬੁਖਾਰ ਦੀ ਗੋਲੀ ਖਾ ਲਓ ਅਤੇ ਚਲੋ, ਤੁਹਾਨੂੰ ਘਰ ਛੱਡ ਦਿੰਦਾ ਹਾਂ। ਸੰਜੀਵ ਦੇ ਇਹ ਸ਼ਬਦ ਕੰਨਾਂ ਵਿੱਚ ਪੈਂਦੇ ਹੀ ਸੁਮਨ ਜੀ ਦਾ ਮਨ ਪੱਥਰ ਜਿਹਾ ਹੋ ਗਿਆ। ਸੋਚਣ ਲੱਗੀ ਕਿ ਆਪਣੀ ਹੀ ਕੁੱਖ ਤੋਂ ਪੈਦਾ ਹੋਇਆ ਮੇਰਾ ਇਕਲੌਤਾ ਪੁੱਤ ਦੀਵਾਲੀ ਦੀ ਸ਼ਾਮ ਨੂੰ ਮੈਨੂੰ ਘਰ ਵਿੱਚ ਇਕੱਲੇ ਛੱਡਣੇ ਦੇ ਲਈ ਕਹਿ ਰਿਹਾ ਹੈ ਅਤੇ ਉਹ ਵੀ ਤਦ ਜਦ ਮੇਰੀ ਇਹ ਹਾਲਤ ਹੈ। ਉਹਨਾਂ ਨੂੰ ਸਾਰੇ ਰਿਸ਼ਤੇ ਮੋਹ ਮਾਇਆ ਜਿਹੇ ਲੱਗਣ ਲੱਗੇ ਅਤੇ ਸੋਚਣ ਲੱਗੀ ਕਿ ਕਦ ਤੱਕ ਮੈਂ ਪੁੱਤ ਨੂੰਹ ਦੇ ਹੱਥਾਂ ਤੋਂ ਮੂਰਖ ਬਣਦੀ ਰਹੂੰਗੀ। ਜੇਕਰ ਉਹਨਾਂ ਨੂੰ ਮੇਰੀ ਜ਼ਰੂਰਤ ਨਹੀਂ ਹੈ ਤਾਂ ਫਿਰ ਮੈਨੂੰ ਬੁਲਾਉਂਦੇ ਹੀ ਕਿਉਂ ਹਨ। ਘਰ ਪਹੁੰਚੀ ਤਾਂ ਨੇਹਾ ਬਾਹਰ ਨਿਕਲ ਕੇ ਆਈ ਅਤੇ ਦੇਖ ਕੇ ਹੈਰਾਨ ਰਹਿ ਗਈ। ਇਹ ਕੀ ਆਂਟੀ, ਤੁਸੀਂ ਤਾਂ ਆਪਣੇ ਪੁੱਤ ਦੇ ਘਰ ਦੀਵਾਲੀ ਮਨਾਉਣ ਗਈ ਸੀ, ਫਿਰ ਤੁਸੀਂ ਇੱਥੇ ਕਿਵੇਂ ਅਤੇ ਤੁਹਾਡੇ ਪੁੱਤ ਨੂੰ ਕਿੱਥੇ ਹਨ? ਸੁਮਨ ਜੀ ਸਿਰਫ ਇੰਨਾ ਹੀ ਕਹਿ ਪਾਈ, ਆਪਣੇ ਘਰ। ਐਜਾ ਕਹਿੰਦੇ ਹੋਏ ਉਹਨਾਂ ਦੀ ਨਜ਼ਰਾਂ ਵਿੱਚ ਉਦਾਸੀ ਦੇ ਭਾਵ ਨੂੰ ਨੇਹਾ ਨੇ ਪਹਿਚਾਨ ਲਿਆ ਸੀ। ਉਸਦੇ ਬਾਅਦ ਉਸਨੇ ਕੁਝ ਨਹੀਂ ਪੁੱਛਿਆ। ਉਹਨਾਂ ਦੇ ਕੋਲ ਦੀਵਾਲੀ ਦੀ ਤਿਆਰੀਆਂ ਕਰਵਾਉਣ ਆ ਗਈ। ਉਹਨਾਂ ਦਾ ਘਰ ਸੰਵਾਰਿਆ ਅਤੇ ਉਹਨਾਂ ਦੀ ਬਾਲਕਨੀ ਵੀ ਰੋਸ਼ਨ ਕਰ ਦਿੱਤੀ। ਫਿਰ ਕਹਿਣ ਲੱਗੀ, ਆਓ ਆਂਟੀ, ਇਕੱਠੇ ਲਕਸ਼ਮੀ ਪੂਜਾ ਕਰਦੇ ਹਾਂ। ਲਕਸ਼ਮੀ ਪੂਜਾ ਦੇ ਬਾਅਦ ਨੇਹਾ ਥਾਲੀ ਵਿੱਚ ਖਾਣਾ ਲੈ ਆਈ ਅਤੇ ਜ਼ਬਰਦਸਤੀ ਉਹਨਾਂ ਨੂੰ ਖਿਲਾ ਦਿੱਤਾ। ਇੰਨਾ ਆਪਣਾਪਨ ਅਤੇ ਮਨੁਹਾਰ ਦੇਖ ਕੇ ਸੁਮਨ ਜੀ ਦੀ ਅੱਖਾਂ ਹੰਝੂਆਂ ਨਾਲ ਭਰ ਆਈ। ਇਹੀ ਪਿਆਰ ਅਤੇ ਆਪਣਾਪਨ ਤਾਂ ਉਹ ਆਪਣੇ ਪੁੱਤ ਅਤੇ ਨੂੰਹ ਤੋਂ ਚਾਹੁੰਦੀ ਸੀ। ਪੁੱਤ ਨੂੰਹ ਦੇ ਘਰ ਦੀ ਕੜਵੀ ਯਾਦਾਂ ਸੁਮਨ ਜੀ ਦੇ ਮਨ ਵਿੱਚ ਕਾਫੀ ਦਿਨਾਂ ਤੱਕ ਬਣੀ ਰਹੀ। ਕਾਫੀ ਦਿਨ ਬੀਤ ਗਏ ਪਰ ਨਾ ਤਾਂ ਸੰਜੀਵ ਨੇ ਫੋਨ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਅਤੇ ਨਾ ਹੀ ਨੂੰਹ ਨੇ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕੀਤੀ। ਇੱਕ ਦਿਨ ਸ਼ਨੀਵਾਰ ਨੂੰ ਸੁਮਨ ਜੀ ਨੇ ਆਪਣੇ ਪੁੱਤ ਨੂੰ ਫੋਨ ਕੀਤਾ ਅਤੇ ਉਸ ਨੂੰ ਮਿਲਣ ਦੀ ਇੱਛਾ ਜਤਾਈ ਤਾਂ ਸੰਜੀਵ ਨੇ ਕਿਹਾ, ਮਾਂ ਅੱਜ ਮੈਂ ਬਿਜੀ ਹਾਂ, ਅਸੀਂ ਲੋਕ ਕੱਲ੍ਹ ਆ ਜਾਵਾਂਗੇ। ਅਗਲੇ ਦਿਨ ਐਤਵਾਰ ਨੂੰ ਸੁਮਨ ਜੀ ਸਵੇਰ ਦੀ ਪਹਿਲੀ ਕਿਰਨ ਦੇ ਨਾਲ ਹੀ ਉੱਠ ਗਈ ਅਤੇ ਜਲਦੀ ਉੱਠ ਕੇ ਆਪਣੇ ਬੱਚਿਆਂ ਦੇ ਲਈ ਖਾਣਾ ਬਣਾਉਣੇ ਵਿੱਚ ਲੱਗ ਗਈ। ਆਪਣੇ ਪੁੱਤ ਨੂੰ ਅਤੇ ਪੋਤੇ ਨਾਲ ਮਿਲਣ ਦਾ ਉਤਸ਼ਾਹ ਇੰਨਾ ਸੀ ਕਿ ਚੁਸਤੀ ਨਾਲ ਸਾਰਾ ਕੰਮ ਕਰਨ ਲੱਗੀ ਅਤੇ 2 ਹੀ ਘੰਟੇ ਵਿੱਚ ਸਾਰਾ ਪਕਵਾਨ ਬਣਾ ਕੇ ਰੱਖ ਦਿੱਤਾ। ਪਰ ਸਵੇਰ ਤੋਂ ਸ਼ਾਮ ਹੋ ਗਈ, ਸੁਮਨ ਜੀ ਉਹਨਾਂ ਦੇ ਇੰਤਜ਼ਾਰ ਵਿੱਚ ਬੈਠੀ ਰਹੀ ਪਰ ਉਹ ਨਹੀਂ ਆਏ। ਸੁਮਨ ਜੀ ਮਨ ਹੀ ਮਨ ਸੋਚਣ ਲੱਗੀ, ਕੱਲ੍ਹ ਵੀ ਬੱਚਿਆਂ ਨੇ ਨਾ ਆਉਣੇ ਦਾ ਬਹਾਨਾ ਬਣਾ ਦਿੱਤਾ ਸੀ ਅਤੇ ਅੱਜ ਵੀ ਵਾਅਦਾ ਕਰਕੇ ਹੁਣ ਤੱਕ ਨਹੀਂ ਆਏ ਹਨ। ਉਹਨਾਂ ਦੀ ਉਦਾਸੀ ਹੁਣ ਚਰਮ ਸੀਮਾ ਪਰ ਸੀ। ਫਿਰ ਇੱਕ ਉਮੀਦ ਦੇ ਨਾਲ ਉਹਨਾਂ ਨੇ ਇੱਕ ਨਜ਼ਰ ਫੋਨ ਪਰ ਪਾਈ, ਇਹ ਸੋਚ ਕੇ ਕਿ ਸ਼ਾਇਦ ਬੱਚਿਆਂ ਨੇ ਕੋਈ ਫੋਨ ਕੀਤਾ ਹੋ ਅਤੇ ਉਹ ਨਾ ਚੁੱਕ ਪਾਈ ਹੋਣ। ਇੱਕ ਵੀ ਫੋਨ ਨਹੀਂ ਆਇਆ। ਇੰਨਾ ਵੀ ਸਮੇਂ ਨਹੀਂ ਹੈ ਉਹਨਾਂ ਦੇ ਕੋਲ ਕਿ ਆਪਣੀ ਮਾਂ ਨੂੰ ਹੀ ਯਾਦ ਕਰ ਲੈਣ। ਇਸ ਖਿਆਲ ਨਾਲ ਹੀ ਉਹਨਾਂ ਦੀ ਅੱਖਾਂ ਭਰ ਆਈ। ਕਿੰਨੀ ਇਕੱਲੀ ਹਾਂ ਮੈਂ, ਕਿਉਂ ਭਗਵਾਨ ਨੇ ਮੈਨੂੰ ਇੰਨਾ ਇਕੱਲਾ ਕਰ ਦਿੱਤਾ। ਕਹਿੰਦੇ ਹੋਏ ਉਹ ਫੁੱਟ ਕੇ ਰੋ ਪਈ। ਕੁਝ ਦਿਨ ਤੋਂ ਉਹ ਉਖੜੀ ਜਿਹੀ ਰਹਿਣ ਲੱਗੀ ਸੀ। ਨੇਹਾ ਉਹਨਾਂ ਦੀ ਉਦਾਸੀ ਦਾ ਕਾਰਨ ਚੰਗੀ ਤਰ੍ਹਾਂ ਨਾਲ ਜਾਣਦੀ ਸੀ। ਇੱਕ ਦਿਨ ਯੋਗਾ ਕਲਾਸ ਵਿੱਚ ਜਾਂਦੇ ਹੋਏ ਨੇਹਾ ਨੇ ਸੁਮਨ ਜੀ ਨੂੰ ਕਿਹਾ, ਆਂਟੀ ਹਮੇਸ਼ਾ ਇੱਕ ਜੈਸੀ ਜ਼ਿੰਦਗੀ ਜੀਣ ਨਾਲ ਬੋਰੀਅਤ ਹੋਣ ਲੱਗਦੀ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਜੀਵਨ ਵਿੱਚ ਕੁਝ ਨਵਾਂ ਕਰਨਾ ਚਾਹੀਦਾ, ਕੁਝ ਐਸਾ ਕਰਨਾ ਚਾਹੀਦਾ
ਜੋ ਤੁਹਾਨੂੰ ਸੱਚੀ ਖੁਸ਼ੀ ਦੇ ਸਕੇ। ਕੀ ਮਤਲਬ ਹੈ ਤੇਰਾ ਨੇਹਾ? ਆਂਟੀ ਅਸੀਂ ਲੋਕਾਂ ਨਾਲ ਕਿੱਟੀ ਕਿਉਂ ਨਹੀਂ ਜੁਆਇਨ ਕਰਦੀ? ਹਰ ਮਹੀਨੇ 2 ਵਾਰ ਸੁਸਾਇਟੀ ਦੀ ਸਾਰੀ ਲੇਡੀਜ਼ ਦੀ ਕਿੱਟੀ ਪਾਰਟੀ ਰਹਿੰਦੀ ਹੈ। ਉਸ ਵਿੱਚ ਅਸੀਂ ਜੰਮ ਕੇ ਮਸਤੀ ਧਮਾਲ ਕਰਦੇ ਹਾਂ ਅਤੇ ਗੱਪਸ਼ਪ ਮਾਰਦੇ ਹਾਂ। ਅੱਜ ਸ਼ਾਮ ਦੇ ਲਈ ਵੀ ਕਿੱਟੀ ਪਾਰਟੀ ਪਲਾਨ ਕੀਤੀ ਗਈ ਹੈ। ਅਰੇ ਨਹੀਂ ਬੇਟਾ, ਹੁਣ ਕੁਝ ਐਸਾ ਕਰੂੰਗੀ ਤਾਂ ਲੋਕ ਕਹਿਣਗੇ ਬੁੱਢੀ ਘੋੜੀ ਲਾਲ ਲਗਾਮ। ਐਸਾ ਕਹਿੰਦੇ ਹੋਏ ਸੁਮਨ ਜੀ ਨੇ ਨੇਹਾ ਦੀ ਗੱਲ ਨੂੰ ਟਾਲ ਦਿੱਤਾ। ਜਦ ਘਰ ਮੁੜੀ ਤਾਂ ਸੋਚਣ ਲੱਗੀ ਕਿ ਨੇਹਾ ਨੇ ਜੋ ਕਿਹਾ ਉਸ ਵਿੱਚ ਗਲਤ ਤਾਂ ਕੁਝ ਵੀ ਨਹੀਂ ਹੈ। ਸੋਚਦੇ ਸ਼ੀਸ਼ੇ ਦੇ ਸਾਹਮਣੇ ਬੈਠ ਗਈ ਅਤੇ ਖੁਦ ਨੂੰ ਸ਼ੀਸ਼ੇ ਵਿੱਚ ਦੇਖ ਕੇ ਸੋਚਣ ਲੱਗੀ, ਇਹ ਕੈਸੀ ਹਾਲਤ ਬਣਾ ਲਿੱਤੀ ਹੈ ਮੈਂ ਆਪਣੀ। ਮੈਂ ਤਾਂ ਐਸੀ ਕਦੀ ਨਹੀਂ ਸੀ। ਅਚਾਨਕ ਉਹਨਾਂ ਦੇ ਮਨ ਵਿੱਚ ਕੁਝ ਖਿਆਲ ਆਇਆ ਅਤੇ ਉਹ ਚਿਹਰੇ ਪਰ ਇੱਕ ਮੁਸਕਾਨ ਆ ਗਈ। ਆਪਣਾ ਪਰਸ ਚੁੱਕਿਆ ਅਤੇ ਬਾਹਰ ਚਲੀ ਗਈ। ਕਰੀਬ 2 ਘੰਟੇ ਬਾਅਦ ਆਤਮ ਵਿਸ਼ਵਾਸ ਭਰੀ ਮੁਸਕਾਨ ਲਿੱਤੇ ਘਰ ਮੁੜੀ ਅਤੇ ਨੇਹਾ ਨੂੰ ਫੋਨ ਕਰਕੇ ਕਿੱਟੀ ਜੁਆਇਨ ਕਰਨੇ ਦੀ ਇੱਛਾ ਪ੍ਰਗਟਾਈ। ਕਿੱਟੀ ਪਾਰਟੀ ਪਰ ਲੈ ਜਾਣੇ ਦੇ ਲਈ ਨੇਹਾ ਜਦ ਸੁਮਨ ਜੀ ਦੇ ਕੋਲ ਪਹੁੰਚੀ ਤਾਂ ਉਹਨਾਂ ਨੂੰ ਦੇਖ ਕੇ ਉਸਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ। ਸੁਮਨ ਜੀ ਨੇ ਆਪਣੇ ਵਾਲਾਂ ਦੇ ਵਿੱਚ ਹੇਅਰ ਕਲਰ ਕਰਵਾਇਆ ਹੋਇਆ ਸੀ ਅਤੇ ਹਮੇਸ਼ਾ ਹਲਕੇ ਕਲਰ ਦੀ ਕੋਟਨ ਦੀ ਸਾੜੀ ਵਿੱਚ ਰਹਿਣੇ ਵਾਲੀ ਸੁਮਨ ਜੀ ਅੱਜ ਵਧੀਆ ਜਿਹੀ ਸਿਲਕ ਦੀ ਸਾੜੀ ਪਹਿਨੇ ਹੋਏ ਸੀ। ਗਜਬ ਦੀ ਸੁੰਦਰ ਦਿਖ ਰਹੀ ਸੀ। ਅੱਜ ਸੁਮਨ ਜੀ ਉਹਨਾਂ ਨੂੰ ਦੇਖਦੇ ਹੀ ਨੇਹਾ ਬੋਲੀ, ਵਾਹ ਆਂਟੀ, ਤੁਸੀਂ ਤਾਂ ਕਮਾਲ ਲੱਗ ਰਹੀ ਹੋ। ਇਹ ਹੋਈ ਨਾ ਗੱਲ। ਨੇਹਾ ਦੇ ਨਾਲ ਸੁਮਨ ਜੀ ਨੇ ਵੀ ਕਿੱਟੀ ਜੁਆਇਨ ਕਰ ਲਈ। ਵੈਸੇ ਤਾਂ ਸੁਸਾਇਟੀ ਦੀ ਸਾਰੀ ਲੇਡੀਜ਼ ਦੇ ਨਾਲ ਸੁਮਨ ਜੀ ਦੀ ਪਹਿਲਾਂ ਵੀ ਬੋਲਚਾਲ ਸੀ, ਪਰ ਆਪਣੇ ਲਈ ਸਪੈਸ਼ਲ ਸਮਾਂ ਕੱਢ ਕੇ ਸਭ ਦੇ ਨਾਲ ਮਿਲਣਾ ਜੁਲਣਾ ਸੁਮਨ ਜੀ ਨੂੰ ਪਸੰਦ ਆਉਣ ਲੱਗਾ ਸੀ। ਕੁਝ ਹੀ ਸਮੇਂ ਵਿੱਚ ਸੁਮਨ ਜੀ ਕਿੱਟੀ ਪਾਰਟੀ ਦੀ ਰੌਣਕ ਬਣ ਗਈ। ਇਸ ਦੇ ਨਾਲ ਹੀ ਉਹ ਆਪਣਾ ਵੀ ਪੂਰਾ ਧਿਆਨ ਰੱਖਣ ਲੱਗੀ ਸੀ। ਹੁਣ ਉਹ ਖੁਸ਼ ਰਹਿਣ ਲੱਗੀ ਸੀ। ਉਹਨਾਂ ਨੇ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣਾ ਸ਼ੁਰੂ ਕਰ ਦਿੱਤਾ ਸੀ। ਨਵੇਂ ਸਾਲ ਦਾ ਸੈਲੀਬ੍ਰੇਸ਼ਨ ਨੇੜੇ ਆ ਰਿਹਾ ਸੀ। ਦੂਜੇ ਪਾਸੇ ਸੰਜੀਵ ਅਤੇ ਅਨੀਤਾ ਆਪਸ ਵਿੱਚ ਗੱਲਾਂ ਕਰ ਰਹੇ ਸੀ। ਅਨੀਤਾ ਆਪਣੇ ਪਤੀ ਨੂੰ ਕਹਿਣ ਲੱਗੀ, ਸੁਣੋ ਤਾਂ, ਤੁਸੀਂ ਨਵੇਂ ਸਾਲ ਦੇ ਲਈ ਘਰ ਪਰ ਪਾਰਟੀ ਤਾਂ ਰੱਖ ਲਈ ਹੈ। ਆਪਣੇ ਦਫ਼ਤਰ ਦੇ ਦੋਸਤਾਂ ਨੂੰ ਅਤੇ ਇੱਥੋਂ ਤੱਕ ਕਿ ਆਪਣੇ ਬੌਸ ਨੂੰ ਵੀ ਇਨਵੀਟੇਸ਼ਨ ਦੇ ਦਿੱਤਾ ਹੈ। ਕੁੱਲ ਮਿਲਾ ਕੇ 15 ਤੋਂ 20 ਲੋਕ ਹੋ ਜਾਣਗੇ, ਪਰ ਮੈਂ ਦੱਸ ਦਿੰਦੀ ਹਾਂ, ਮੇਰੇ ਤੋਂ ਇਹਨਾਂ ਸਭ ਲੋਕਾਂ ਦੇ ਲਈ ਇੰਨਾ ਖਾਣਾ ਨਹੀਂ ਬਣ ਪਾਵੇਗਾ। ਅਰੇ ਅਨੀਤਾ, ਤੂੰ ਚਿੰਤਾ ਕਿਉਂ ਕਰਦੀ ਹੈ? ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਂ ਨੂੰ ਬੁਲਾ ਲਵਾਂਗੇ ਅਤੇ ਮਾਂ ਦੇ ਬਣਾਏ ਖਾਣੇ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹੋ ਜਿਹਾ ਸਵਾਦ ਖਾਣਾ ਤਾਂ ਵੱਡੇ ਹੋਟਲਾਂ ਦੇ ਸ਼ੈਫ ਵੀ ਨਹੀਂ ਬਣਾ ਪਾਉਂਦੇ। ਅੱਜ ਜਦ ਸੁਮਨ ਜੀ ਕਿੱਟੀ ਪਾਰਟੀ ਦੇ ਲਈ ਤਿਆਰ ਹੋ ਰਹੀ ਸੀ ਤਾਂ ਸੰਜੀਵ ਦਾ ਫੋਨ ਆਇਆ, ਮਾਂ, ਕਿਉਂ ਨਾ ਇਸ ਵਾਰ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੇ ਲਈ ਤੁਸੀਂ ਸਾਡੇ ਘਰ ਆ ਜਾਓ। ਇਕੱਠੇ ਮਿਲ ਕੇ ਨਵੇਂ ਸਾਲ ਦੀ ਖੁਸ਼ੀਆਂ ਮਨਾਵਾਂਗੇ। 1 ਦਿਨ ਪਹਿਲਾਂ ਹੀ ਤੁਹਾਨੂੰ ਲੈਣ ਆ ਜਾਵਾਂਗਾ। ਤੁਸੀਂ ਤਿਆਰ ਰਹਿਣਾ। ਦੀਵਾਲੀ ਦੇ ਬਾਅਦ ਸੰਜੀਵ ਨੇ ਅੱਜ ਫੋਨ ਕੀਤਾ ਸੀ ਆਪਣੀ ਮਾਂ ਨੂੰ। ਸੁਮਨ ਜੀ ਹੈਰਾਨ ਹੋ ਗਈ। ਇੰਨੇ ਵਿੱਚ ਉਹਨਾਂ ਦੀ ਨੂੰਹ ਅਨੀਤਾ ਦੀ ਆਵਾਜ਼ ਆਈ, ਮਾਂ ਜੀ ਨਮਸਤੇ, ਤੁਸੀਂ ਕਿਵੇਂ ਹੋ? ਠੀਕ ਹਾਂ ਬੇਟਾ, ਤੁਸੀਂ ਤਿੰਨੋਂ ਕਿਵੇਂ ਹੋ? ਅਸੀਂ ਸਭ ਇੱਥੇ ਠੀਕ ਹਾਂ ਮਾਂ। ਤਾਂ ਤੁਸੀਂ ਆ ਰਹੀ ਹੋ ਨਾ ਮਾਂ? ਨਹੀਂ ਨੂੰ, ਇਸ ਵਾਰ ਮੈਂ ਨਹੀਂ ਆ ਪਾਊਂਗੀ। ਇਸ ਨਵੇਂ ਸਾਲ ਪਰ ਸੁਸਾਇਟੀ ਵਿੱਚ ਹੀ ਸਾਡਾ ਕੁਝ ਪ੍ਰੋਗਰਾਮ ਹੈ। ਇੰਨਾ ਕਹਿ ਕੇ ਉਹਨਾਂ ਨੇ ਫੋਨ ਰੱਖ ਦਿੱਤਾ। ਪੁੱਤ ਅਤੇ ਨੂੰਹ ਦੇ ਮੂੰਹ ਤੋਂ ਮਿਸ਼ਰੀ ਘੁਲੇ ਸ਼ਬਦ ਸੁਣ ਕੇ ਸੁਮਨ ਜੀ ਪਹਿਲਾਂ ਹੀ ਸਮਝ ਗਈ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਯਾਦ ਕਿਉਂ ਆ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਨੇ ਨਵੇਂ ਸਾਲ ਦੀ ਪਾਰਟੀ ਦਾ ਪਲਾਨ
ਪਲਾਨ ਹੋਵੇਗਾ। ਖਾਣਾ ਬਣਾਉਣੇ ਦੇ ਲਈ ਇਸ ਨੌਕਰਾਣੀ ਦੀ ਜ਼ਰੂਰਤ ਮਹਿਸੂਸ ਹੋਈ ਹੋਵੇਗੀ। ਹੈਰਾਨ ਹੋ ਕੇ ਸੋਚਣ ਲੱਗੀ, ਆਪਣੀ ਮਾਂ ਦੇ ਨਾਲ ਇੰਨੀ ਚਾਲਾਕੀ ਅਤੇ ਹੁਸ਼ਿਆਰੀ ਕਿਵੇਂ ਮੇਰੇ ਬੱਚੇ ਇੰਨੇ ਬੇਰਹਿਮ ਹੋ ਗਏ। ਕਿਸੇ ਨੇ ਇਹ ਤੱਕ ਨਹੀਂ ਪੁੱਛਿਆ ਕਿ ਮਾਂ ਕਿਵੇਂ ਹੈ, ਇਕੱਲੀ ਕਿਵੇਂ ਰਹਿ ਰਹੀ ਹੈ, ਹਾਂ ਮੇਰੀ ਸਿਹਤ ਠੀਕ ਹੈ ਜਾਂ ਨਹੀਂ। ਉਹਨਾਂ ਨੂੰ ਤਾਂ ਬਸ ਆਪਣੇ ਹੀ ਪ੍ਰੋਗਰਾਮ ਤੋਂ ਮਤਲਬ ਹੈ। ਪਰ ਮੈਂ ਨੂੰ ਵੀ ਕਿਵੇਂ ਦੋਸ਼ ਦੇ ਸਕਦੀ ਹਾਂ ਜਦ ਮੇਰਾ ਪੁੱਤ ਹੀ ਇੰਨਾ ਸਵਾਰਥੀ ਹੋ ਗਿਆ। ਸੋਚਦੇ ਸੁਮਨ ਜੀ ਨੇ ਇੱਕ ਫੈਸਲਾ ਲੈ ਲਿਆ, ਬਸ ਹੁਣ ਹੋਰ ਨਹੀਂ। ਹੁਣ ਆਪਣੇ ਪੁੱਤ ਨੂੰ ਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਾਂਗੀ ਮੈਂ। ਪਿਛਲੀ ਵਾਰ ਉਹਨਾਂ ਦੇ ਘਰ ਕੰਮ ਕਰਦੇ ਮੇਰੀ ਬੁਰੀ ਹਾਲਤ ਹੋ ਗਈ ਸੀ। ਜਦ ਬਿਮਾਰ ਪਈ ਤਾਂ ਮੇਰਾ ਹੀ ਪੁੱਤ ਮੈਨੂੰ ਮੇਰੇ ਘਰ ਵਾਪਿਸ ਹੀ ਛੱਡ ਗਿਆ। ਹੋਰ ਤਾਂ ਹੋਰ ਦੋਨਾਂ ਤੋਂ ਇੱਕ ਫੋਨ ਤੱਕ ਨਾ ਕੀਤਾ ਗਿਆ ਮੇਰਾ ਹਾਲ ਚਾਲ ਪੁੱਛਣੇ ਦੇ ਲਈ। ਫਿਰ ਕੁਝ ਦੇਰ ਵਿੱਚ ਸਭ ਕੁਝ ਭੁੱਲ ਕੇ ਸੁਮਨ ਜੀ ਆਪਣੀ ਕਿੱਟੀ ਵਿੱਚ ਚਲੀ ਗਈ। ਅਗਲੀ ਕਿੱਟੀ ਨਵੇਂ ਸਾਲ ਪਰ ਮਨਾਉਣ ਦਾ ਫੈਸਲਾ ਕੀਤਾ ਗਿਆ। ਪਰ ਸਮੱਸਿਆ ਇਹ ਸੀ ਕਿ ਨਵੇਂ ਸਾਲ ਦੀ ਪਾਰਟੀ ਦੇ ਲਈ ਇੱਕ ਵੱਡੀ ਜਗ੍ਹਾ ਚਾਹੀਦੀ ਸੀ ਅਤੇ ਇਸ ਟਾਈਮ ਪਰ ਸ਼ਹਿਰ ਦਾ ਕੋਈ ਵੀ ਰੈਸਟੋਰੈਂਟ ਜਾਂ ਹੋਟਲ ਨਹੀਂ ਮਿਲ ਪਾ ਰਿਹਾ ਸੀ। ਸਾਰੇ ਪਹਿਲਾਂ ਤੋਂ ਹੀ ਬੁੱਕ ਸੀ। ਫਿਰ ਨੇਹਾ ਨੇ ਪੁੱਛਿਆ, ਆਂਟੀ ਤੁਹਾਡਾ ਕਿਆ ਪ੍ਰੋਗਰਾਮ ਹੈ ਨਵੇਂ ਸਾਲ ਪਰ? ਪਾਰਟੀ ਸਾਡੇ ਨਾਲ ਕਰੋਗੀ ਜਾਂ ਫਿਰ ਆਪਣੇ ਪੁੱਤ ਦੇ ਘਰ? ਨੇਹਾ ਦੀ ਗੱਲ ਸੁਣ ਕੇ ਸੁਮਨ ਜੀ ਇੱਕ ਗਹਿਰੀ ਸੋਚ ਵਿੱਚ ਡੁੱਬ ਗਈ। ਫਿਰ ਅਚਾਨਕ ਖੜੀ ਹੋਈ ਅਤੇ ਐਲਾਨ ਕਰ ਦਿੱਤਾ ਕਿ ਤੁਸੀਂ ਸਭ ਜੇਕਰ ਚਾਹੋ ਨਵੇਂ ਸਾਲ ਦੀ ਪਾਰਟੀ ਮੇਰੇ ਘਰ ਪਰ ਰੱਖ ਸਕਦੀ ਹੋ। ਮੇਰਾ ਘਰ ਪੂਰਾ ਖਾਲੀ ਰਹਿੰਦਾ ਹੈ। ਇਸ ਬਹਾਨੇ ਮੇਰੇ ਘਰ ਪਰ ਵੀ ਕੁਝ ਰੌਣਕ ਹੋ ਜਾਵੇਗੀ। ਸੁਮਨ ਜੀ ਦੀ ਗੱਲ ਸੁਣ ਕੇ ਸਭ ਹੈਰਾਨ ਹੋ ਗਏ। ਕੀ ਤੁਹਾਡੇ ਘਰ? ਹਾਂ, ਤਾਂ ਇਸ ਵਿੱਚ ਹੈਰਾਨੀ ਦੀ ਕੀ ਗੱਲ ਹੈ? ਸੁਮਨ ਜੀ ਦਿਲ ਖੋਲ੍ਹ ਕੇ ਹੱਸੀ ਤਾਂ ਨੇਹਾ ਕਹਿਣ ਲੱਗੀ, ਵਾਹ ਆਂਟੀ, ਕਿਆ ਆਈਡੀਆ ਦਿੱਤਾ ਹੈ ਤੁਸੀਂ। ਤਾਂ ਇਸਦਾ ਮਤਲਬ ਤੁਸੀਂ ਇਸ ਵਾਰ ਨਹੀਂ ਜਾ ਰਹੇ ਹੋ ਆਪਣੇ ਪੁੱਤ ਦੇ ਘਰ? ਸੁਮਨ ਜੀ ਨੇ ਕਿਹਾ, ਇਸ ਵਾਰ ਮੈਂ ਕੁਝ ਅਲੱਗ ਕਰਨ ਦਾ ਸੋਚ ਰਹੀ ਹਾਂ। ਨਵੇਂ ਸਾਲ ਦੀ ਸ਼ੁਰੂਆਤ ਮੈਂ ਇਸ ਵਾਰ ਆਪਣੇ ਘਰ ਤੋਂ ਕਰੂੰਗੀ, ਉਹ ਵੀ ਇੱਕ ਵਧੀਆ ਸੈਲੀਬ੍ਰੇਸ਼ਨ ਦੇ ਨਾਲ। ਅਸੀਂ ਡਿਨਰ ਬਾਹਰ ਤੋਂ ਆਰਡਰ ਕਰਕੇ ਮੰਗਾ ਲਵਾਂਗੇ। ਤੁਸੀਂ ਸਭ ਲੋਕ ਸਾਰੇ ਪਰਿਵਾਰ ਨਾਲ ਮੇਰੇ ਘਰ ਆਉਣਾ। ਗੇਮਜ਼, ਡਿਨਰ ਅਤੇ ਸੰਗੀਤ, ਬਸ ਹੋਰ ਕੀ ਚਾਹੀਦਾ। ਅਤੇ ਵੈਸੇ ਵੀ ਅਸੀਂ ਸਭ ਇਕੱਠੇ ਹੋਵਾਂਗੇ ਤਾਂ ਮਜ਼ਾ ਤਾਂ ਆਵੇਗਾ ਹੀ ਨਾ। ਸੁਮਨ ਜੀ ਦੀ ਗੱਲਾਂ ਸੁਣ ਕੇ ਨੇਹਾ ਨੇ ਉਹਨਾਂ ਨੂੰ ਜੱਫੀ ਪਾ ਲਈ। ਕਿਆ ਬਾਤ ਹੈ ਆਂਟੀ, ਤੁਸੀਂ ਤਾਂ ਸਾਰੀ ਸਮੱਸਿਆ ਹੀ ਖਤਮ ਕਰ ਦਿੱਤੀ। ਇੰਨੇ ਵਿੱਚ ਕਿੱਟੀ ਦੀ ਦੂਸਰੀ ਮੈਂਬਰ ਸੰਗੀਤਾ ਕਹਿਣ ਲੱਗੀ, ਆਂਟੀ ਤੁਸੀਂ ਕਿਸੇ ਚੀਜ਼ ਦਾ ਲੋਡ ਨਾ ਲੈਣਾ, ਡਿਨਰ ਮੰਗਾਣੇ ਦੀ ਜ਼ਿੰਮੇਵਾਰੀ ਸਾਡੀ। ਇਸ ਪਰ ਸੁਮਨ ਜੀ ਨੇ ਕਿਹਾ, ਅਰੇ ਨਵਾਂ ਸਾਲ ਹੀ ਕਿਉਂ, ਤੁਸੀਂ ਲੋਕਾਂ ਨੂੰ ਜਦ ਵੀ ਕੋਈ ਪਾਰਟੀ ਰੱਖਣੀ ਹੋ ਮੇਰੇ ਘਰ ਰੱਖ ਲਿਆ ਕਰੋ। ਤੁਸੀਂ ਲੋਕਾਂ ਦੇ ਨਾਲ ਮੈਨੂੰ ਵੀ ਚੰਗਾ ਲੱਗੇਗਾ ਅਤੇ ਇੰਨਾ ਵੱਡਾ ਘਰ ਖਾਲੀ ਪਿਆ ਹੈ, ਇਸ ਤੋਂ ਚੰਗਾ ਉਪਯੋਗ ਹੋ ਹੀ ਨਹੀਂ ਸਕਦਾ ਮੇਰੇ ਘਰ ਦਾ। ਕਿੱਟੀ ਪਾਰਟੀ ਦੀ ਸਾਰੀ ਮੈਂਬਰ ਜੋਸ਼ ਵਿੱਚ ਆ ਗਈ ਅਤੇ ਫਿਰ ਪੂਰੇ ਉਤਸ਼ਾਹ ਦੇ ਨਾਲ ਪਲਾਨ ਬਣਾਉਣ ਲੱਗਾ। ਦੂਜੇ ਪਾਸੇ ਸੰਜੀਵ ਅਤੇ ਅਨੀਤਾ ਮਾਂ ਦੇ ਮਨਾ ਕਰ ਦੇਣੇ ਪਰ ਪਰੇਸ਼ਾਨ ਹੋ ਗਏ। ਖਾਣਾ ਪਕਾਣੇ ਦੇ ਲਈ ਕਿਸੇ ਰਸੋਈਏ ਨੂੰ ਬੁਲਾਉਣ ਬਾਰੇ ਸੋਚਿਆ ਤਾਂ ਨਵੇਂ ਸਾਲ ਦੇ ਦਿਨ ਲਈ ਕੋਈ ਰਸੋਈਆ ਨਹੀਂ ਮਿਲ ਪਾ ਰਿਹਾ ਸੀ। ਇਸ ਸਮੱਸਿਆ ਦਾ ਕੋਈ ਹੱਲ ਨਾ ਮਿਲਣੇ ਪਰ ਉਹ ਦੋਨੋਂ ਅਗਲੇ ਦਿਨ ਸਵੇਰੇ ਸੁਮਨ ਜੀ ਨੂੰ ਲੈਣ ਉਹਨਾਂ ਦੇ ਘਰ ਪਹੁੰਚ ਗਏ। ਘਰ ਦੇ ਬਾਹਰ ਪਹੁੰਚ ਕੇ ਦੇਖਿਆ ਤਾਂ ਘਰ ਤਾਲਾ ਲੱਗਿਆ ਸੀ। ਥੋੜ੍ਹੀ ਦੇਰ ਇੰਤਜ਼ਾਰ ਕਰਨੇ ਦੇ ਬਾਅਦ ਸੁਮਨ ਜੀ ਅਤੇ ਨੇਹਾ ਇਕੱਠੇ ਘਰ ਪਹੁੰਚ ਗਈ। ਆਪਣੀ ਸੱਸ ਨੂੰ ਟਰੈਕ ਸੂਟ ਵਿੱਚ ਦੇਖ ਕੇ ਅਨੀਤਾ ਤਾਂ ਉਹਨਾਂ ਨੂੰ ਦੇਖਦੀ ਰਹਿ ਗਈ। ਤਾਂ ਸੰਜੀਵ ਨੇ ਵੀ ਪੁੱਛਿਆ, ਮਾਂ ਤੁਸੀਂ ਸਵੇਰੇ ਕਿੱਥੇ ਗਈ ਸੀ? ਪੁੱਤ ਮੈਂ ਰੋਜ਼ ਸਵੇਰੇ ਹੀ ਯੋਗਾ ਕਲਾਸ ਵਿੱਚ ਜਾਂਦੀ ਹਾਂ।
ਆਪਣੇ ਆਪ ਨੂੰ ਥੋੜ੍ਹਾ ਫਿੱਟ ਵੀ ਰੱਖ ਲੈਂਦੀ ਹਾਂ ਅਤੇ ਦਿਲ ਵੀ ਬਹਿਲ ਜਾਂਦਾ ਹੈ। ਕਹਿੰਦੇ ਹੋਏ ਸੁਮਨ ਜੀ ਨੇ ਘਰ ਦਾ ਤਾਲਾ ਖੋਲ੍ਹਿਆ ਅਤੇ ਉਹਨਾਂ ਨੂੰ ਅੰਦਰ ਬੁਲਾਇਆ। ਘਰ ਵਿੱਚ ਜਾਂਦੇ ਹੀ ਸੰਜੀਵ ਕਹਿਣ ਲੱਗਾ, ਮਾਂ ਹੁਣ ਕੋਈ ਬਹਾਨਾ ਨਹੀਂ ਚੱਲੇਗਾ। ਤੁਸੀਂ ਇਸ ਨਵੇਂ ਸਾਲ ਪਰ ਸਾਡੇ ਨਾਲ ਹੀ ਰਹੋਗੀ। ਤੁਸੀਂ ਆਪਣੇ 2 ਦਿਨ ਦੇ ਕੱਪੜੇ ਪੈਕ ਕਰ ਲਵੋ। ਨਹੀਂ ਪੁੱਤ, ਮੈਂ ਹੁਣ ਤੁਹਾਨੂੰ ਦੱਸਿਆ ਤਾਂ ਸੀ ਕਿ ਇਸ ਨਵੇਂ ਸਾਲ ਪਰ ਮੇਰਾ ਪ੍ਰੋਗਰਾਮ ਪਹਿਲਾਂ ਹੀ ਬਣ ਚੁੱਕਾ ਹੈ। ਪਰ ਮਾਂ, ਤੁਹਾਡਾ ਕੀ ਪ੍ਰੋਗਰਾਮ ਹੋ ਸਕਦਾ ਹੈ? ਇਸ ਉਮਰ ਵਿੱਚ ਇਕੱਲੀ ਤਾਂ ਹੋ ਤੁਸੀਂ। ਸੰਜੀਵ ਝੁੰਝਲਾਉਂਦੇ ਹੋਏ ਕਹਿਣ ਲੱਗਾ, ਨਹੀਂ ਪੁੱਤ, ਹੁਣ ਮੈਂ ਇਕੱਲੀ ਨਹੀਂ ਹਾਂ। ਬਹੁਤ ਸਾਰੇ ਲੋਕਾਂ ਦਾ ਸਾਥ ਹੈ ਮੇਰੇ ਕੋਲ। ਆਪਣੀ ਕਿੱਟੀ ਦੀ ਫਰੈਂਡਸ ਦੇ ਨਾਲ ਮੇਰੀ ਨਵੇਂ ਸਾਲ ਦੀ ਪਾਰਟੀ ਹੈ ਤਾਂ ਮੈਂ ਉਸੇ ਵਿੱਚ ਬਿਜ਼ੀ ਰਹੂੰਗੀ। ਕਿੱਟੀ ਦਾ ਨਾਮ ਸੁਣਦੇ ਹੀ ਅਨੀਤਾ ਦਾ ਮੂੰਹ ਖੁੱਲ੍ਹਾ ਦਾ ਖੁੱਲ੍ਹਾ ਰਹਿ ਗਿਆ ਅਤੇ ਸੰਜੀਵ ਗੁੱਸੇ ਵਿੱਚ ਬੋਲਿਆ, ਮਾਂ ਇਹ ਤੁਸੀਂ ਕੀ ਕਹਿ ਰਹੇ ਹੋ? ਤੁਹਾਡਾ ਦਿਮਾਗ ਤਾਂ ਟਿਕਾਣੇ ਪਰ ਹੈ। ਇਸ ਉਮਰ ਵਿੱਚ ਕਿੱਟੀ ਪਾਰਟੀ ਕਰ ਰਹੀ ਹੋ ਤੁਸੀਂ। ਘੱਟ ਤੋਂ ਘੱਟ ਉਮਰ ਦਾ ਤਾਂ ਲਿਹਾਜ਼ ਕੀਤਾ ਹੁੰਦਾ। ਅਰੇ ਪੁੱਤ, ਉਮਰ ਦੇ ਬਾਰੇ ਵਿੱਚ ਤਾਂ ਮੈਂ ਸੋਚਣਾ ਹੀ ਭੁੱਲ ਗਈ। ਕਿਸੇ ਸਮੇਂ ਫੁਰਸਤ ਮਿਲੇਗੀ ਤਾਂ ਸੋਚੂੰਗੀ ਇਸ ਬਾਰੇ ਵਿੱਚ ਵੀ, ਪਰ ਹਲੇ ਨਹੀਂ। ਹੁਣੇ ਮੈਂ ਤਾਂ ਸਿਰਫ ਇੰਨਾ ਜਾਣਦੀ ਹਾਂ ਕਿ ਮੇਰੀ ਵੀ ਆਪਣੀ ਜ਼ਿੰਦਗੀ ਹੈ ਜਿਸ ਨੂੰ ਮੈਂ ਹੁਣੇ ਜੀਣਾ ਸ਼ੁਰੂ ਕੀਤਾ ਹੈ ਅਤੇ ਮੈਂ ਇਸ ਨੂੰ ਕਿਸੇ ਦੇ ਘਰ ਦੀ ਨੌਕਰਾਨੀ ਬਣ ਕੇ ਤਾਂ ਬਰਬਾਦ ਨਹੀਂ ਕਰ ਸਕਦੀ। ਇੰਨਾ ਸੁਣਦੇ ਹੀ ਸੰਜੀਵ ਅਤੇ ਅਨੀਤਾ ਦੇ ਚਿਹਰੇ ਦਾ ਰੰਗ ਉੱਡ ਗਿਆ। ਫਿਰ ਸੰਜੀਵ ਨੇ ਆਪਣਾ ਸੁਰ ਬਦਲ ਲਿਆ, ਪਰ ਮਾਂ, ਨਵੇਂ ਸਾਲ ਜੈਸੇ ਖਾਸ ਮੌਕੇ ਪਰ ਤਾਂ ਤੁਹਾਨੂੰ ਆਪਣੇ ਲੋਕਾਂ ਦੇ ਨਾਲ ਰਹਿਣਾ ਚਾਹੀਦਾ ਨਾ। ਇਸ ਮੌਕੇ ਪਰ ਤੁਸੀਂ ਸਾਡੇ ਤੋਂ ਦੂਰ ਰਹੋਗੀ, ਸਾਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ। ਦੂਰ ਤਾਂ ਤੁਸੀਂ ਮੈਨੂੰ ਬਹੁਤ ਪਹਿਲਾਂ ਤੋਂ ਹੀ ਕਰ ਦਿੱਤਾ ਹੈ ਪੁੱਤ। ਹੁਣ ਤਾਂ ਮੈਨੂੰ ਇਸ ਗੱਲ ਦੀ ਵੀ ਆਦਤ ਹੋ ਗਈ ਹੈ। ਅਤੇ ਆਪਣੇ ਲੋਕਾਂ ਦੀ ਗੱਲ ਕਰ ਰਹੇ ਹੋ ਤਾਂ ਨੇਹਾ ਹੈ ਮੇਰੇ ਕੋਲ। ਆਪਣਿਆਂ ਤੋਂ ਵੀ ਜ਼ਿਆਦਾ ਖਿਆਲ ਰੱਖਦੀ ਹੈ ਉਹ ਮੇਰਾ। ਹਲੇ ਉਹਨਾਂ ਦੀ ਗੱਲਾਂ ਚੱਲ ਹੀ ਰਹੀ ਸੀ ਕਿ ਡੈਕੋਰੇਸ਼ਨ ਵਾਲੇ ਸੁਮਨ ਜੀ ਦੇ ਘਰ ਪਰ ਸਜਾਵਟ ਕਰਨ ਦੇ ਲਈ ਆ ਗਏ। ਉਹਨਾਂ ਨੂੰ ਦੇਖ ਕੇ ਸੰਜੀਵ ਅਤੇ ਅਨੀਤਾ ਹੱਕੇ ਬੱਕੇ ਰਹਿ ਗਏ। ਮਾਂ, ਇਹ ਸਭ ਕਿਆ ਹੈ? ਪੁੱਤ, ਤੈਨੂੰ ਦੱਸਿਆ ਸੀ ਨਾ ਕਿ ਨਵੇਂ ਸਾਲ ਦੀ ਪਾਰਟੀ ਹੈ ਤਾਂ ਉਹ ਪਾਰਟੀ ਮੈਂ ਘਰ ਪਰ ਹੀ ਰੱਖੀ ਹੈ। ਮਾਂ, ਤੁਸੀਂ ਇਹੋ ਜਿਹਾ ਕਿਵੇਂ ਕਰ ਸਕਦੇ ਹੋ? ਤੁਸੀਂ ਤਾਂ ਸਾਡੇ ਘਰ ਨੂੰ ਪਾਰਟੀ ਹਾਲ ਬਣਾ ਕੇ ਰੱਖ ਦਿੱਤਾ। ਸੰਜੀਵ ਝੁਲਝਲਾਉਂਦੇ ਹੋਏ ਬੋਲਿਆ, ਪੁੱਤ ਤੁਸੀਂ ਸ਼ਾਇਦ ਭੁੱਲ ਰਹੇ ਹੋ ਕਿ ਤੂੰ ਇਸ ਘਰ ਨੂੰ ਅਤੇ ਮੈਨੂੰ ਬਹੁਤ ਸਮੇਂ ਪਹਿਲਾਂ ਹੀ ਛੱਡ ਚੁੱਕਿਆ ਹੈ। ਹੁਣ ਇਹ ਘਰ ਸਿਰਫ ਮੇਰਾ ਹੈ। ਮੇਰੀ ਜ਼ਿੰਦਗੀ ਵਿੱਚ ਅਤੇ ਇਸ ਮੇਰੇ ਘਰ ਵਿੱਚ ਉਹੀ ਹੋਵੇਗਾ ਜੋ ਮੈਂ ਚਾਹੂੰਗੀ। ਹੁਣ ਮੈਂ ਤੁਸੀਂ ਲੋਕਾਂ ਦੀ ਕਠਪੁਤਲੀ ਬਣਨ ਤੋਂ ਇਨਕਾਰ ਕਰਦੀ ਹਾਂ। ਇੰਨਾ ਕਹਿੰਦੇ ਹੋਏ ਸੁਮਨ ਜੀ ਪਾਰਟੀ ਦੀ ਡੈਕੋਰੇਸ਼ਨ ਅਤੇ ਹੋਰ ਤਿਆਰੀਆਂ ਵਿੱਚ ਵਿਅਸਤ ਹੋ ਗਈ। ਅਨੀਤਾ ਅਤੇ ਸੰਜੀਵ ਹੈਰਾਨੀ ਨਾਲ ਇੱਕ ਦੂਸਰੇ ਦਾ ਚਿਹਰਾ ਦੇਖਦੇ ਰਹਿ ਗਏ। ਸਟੋਰੀ ਕਿਵੇਂ ਲੱਗੀ? ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।